ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ, ਆਪਾਂ ਕਈ ਦਿਨਾਂ ਤੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਦੱਖਣੀ ਓਂਕਾਰ ਦੀ ਜਿਹੜੀ ਗੁਰਬਾਣੀ ਹੈ, ਅਸੀਂ ਉਸ ਦਾ ਵਿਚਾਰ ਕਰਦੇ ਹਾਂ। ਔਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਉਪਦੇਸ਼ ਦਿੰਦੇ ਹੈ ਇਸ ਬਚਨਾਂ ਦੁਆਰਾ, ਉਹ ਅਸੀਂ ਵਿਚਾਰ ਕਰਦੇ ਹਾਂ। ਔਰ ਇਹ ਹਰ ਰੋਜ਼ YouTube ਦੇ ਉੱਤੇ ਵੀ ਲੋਡ ਹੁੰਦੀ ਹੈ ਔਰ ਸਾਰੀਆਂ ਸੰਗਤਾਂ ਇਸ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਸਕਦੀਆਂ। ਤੋ ਆਓ ਆਪਾਂ ਵਿਚਾਰ ਕਰਦੇ ਹਾਂ ਕਿ ਸਤਿਗੁਰੂ 49ਵੀਂ ਪੌੜੀ ਹੈ ਅੱਜ ਜੋ ਆਪਾਂ ਵਿਚਾਰ ਕਰਨਾ ਹੈ ਇਸ ਬਾਣੀ ਦੀ। ਤੇ ਸਤਿਗੁਰੂ ਬਖਸ਼ਿਸ਼ ਕਰਦੇ ਹੈ, ਖੇਮਾ ਵਿਹੂਣੇ ਖੱਪ ਗਏ, ਖੂਹਣ ਲੱਖ ਸੰਖ, ਗਣਤ ਨ ਆਵੇ ਕਿਉ ਗਣੀ, ਖੱਪ ਖੱਪ ਮੂਏ ਬਿਸੰਖ, ਖਸਮ ਪਛਾਣੈ ਆਪਣਾ, ਖੁੱਲ੍ਹੈ ਬੰਦ ਨ ਪਾਏ, ਸ਼ਬਦ ਮਹਿਲੀ ਖਰਾ ਤੂੰ, ਖੇਮਾ ਸੱਚ ਸੁਖ ਪਾਏ, ਖਰਚ ਖਰਾ ਤਨ ਧਿਆਨ ਤੂੰ, ਆਪੇ ਵਸੈ ਸਰੀਰ, ਮਨ ਤਨ ਮੁਖ ਜਾਪੈ ਸਦਾ, ਗੁਣ ਅੰਤਰ ਮਨ ਧੀਰ, ਹਉਮੈ ਖਪੈ ਖਪਾਏ ਸੀ, ਬੀਜੋ ਵਥ ਵਿਕਾਰ, ਜੰਤ ਉਪਾਏ ਵਿੱਚ ਪਾਇਨ, ਕਰਤਾ ਅਲਗ ਅਪਾਰ, ਕਰਤਾ ਅਲਗ ਅਪਾਰ। ਤੋ ਸਾਧ ਸੰਗਤ ਜੀ, ਇਸ ਪੌੜੀ ਦੇ ਵਿੱਚ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹੈ ਕਿ ਹੇ ਗੁਰੂ ਦੀ ਪਰਮ ਪਿਆਰੀ ਸਾਧ ਸੰਗਤ ਜੀ, ਖੇਮਾ ਵਿਹੂਣੇ ਖੱਪ ਗਏ, ਖੂਹਣ ਲੱਖ ਅਸੰਖ। ਕਹਿੰਦੇ ਵੀ ਜਿਹੜੇ ਮਨੁੱਖਾਂ ਦੇ ਹਿਰਦੇ ਦੇ ਵਿੱਚ ਖੇਮਾ ਨਹੀਂ ਹੈ, ਦਇਆ ਦੀ ਭਾਵਨਾ ਨਹੀਂ ਹੈ, ਪ੍ਰੇਮ ਨਹੀਂ ਹੈ, ਔਰ ਉਹ ਪ੍ਰੇਮ ਦਾ ਤਰਸ ਕਰਕੇ ਕਿਸੇ ਤੇ ਖੇਮਾ ਨਹੀਂ ਕਰਦੇ, ਤੇ ਕਹਿੰਦੇ ਵੀ ਉਹ ਜਿਹੜੇ ਲੋਕ ਹੈ ਨਾ ਖੇਮਾ ਨਹੀਂ ਕਰ ਸਕਦੇ, ਖੇਮਾ ਤੋਂ ਵਿਹੂਣੇ ਹੈ। ਕਹਿੰਦੇ ਖੱਪ ਖੱਪ ਖੂੰਦੇ ਹੋਏ, ਮਤਲਬ ਖੱਪਦੇ ਹੋਏ, ਸਿਰ ਵਾਲ ਪੱਟਦੇ ਹੋਏ, ਆਪਣੇ ਆਪ ਨੂੰ ਬੜਾ ਪਰੇਸ਼ਾਨ ਕਰਦੇ ਹੋਏ, ਮਤਲਬ ਜਿਹੜੇ ਹੈ ਉਹ ਇਸ ਤਰ੍ਹਾਂ ਹੀ ਮਰ ਜਾਂਦੇ ਹੈ। ਔਰ ਇਸ ਤਰ੍ਹਾਂ ਦੇ ਲੋਕ ਇੱਕ ਨਹੀਂ ਹੈ, ਲੱਖ ਅਸੰਖ, ਪਤਾ ਨਹੀਂ ਕਿੰਨੇ ਲੱਖਾਂ ਦੀ ਵੀ ਗਿਣਤੀ ਨਹੀਂ ਹੈ। ਕਹਿੰਦੇ ਅਸੰਖ, ਪਤਾ ਨਹੀਂ ਕਿੰਨੇ ਲੋਕ ਇਸ ਸੰਸਾਰ ਦੇ ਵਿੱਚ ਐਸੇ ਜਿਹੜੇ ਕਿ ਖੇਮਾ ਤੋਂ ਵਿਹੂਣੇ ਹੈ ਔਰ ਉਹ ਸਾਰੀ ਦਿਹਾੜੀ ਖੱਪਦੇ ਮਰਦੇ ਰਹਿ ਜਾਂਦੇ ਹੈ। ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਹੈ, ਗਣਤ ਨ ਆਵੇ ਕਿਉ ਗਣੀ, ਖੱਪ ਖੱਪ ਮੂਏ ਬਿਸੰਖ। ਹੁਣ ਫਿਰ ਗੁਰੂ ਸਾਹਿਬ ਅੱਗੇ ਹੋਰ ਗੱਲ ਉੱਚੀ ਕਰ ਰਹੇ ਆ ਥੋੜ੍ਹੀ ਜਿਹੀ। ਕਹਿੰਦੇ ਵੀ ਇਹ ਲੋਕ ਐਸੇ ਹੈ ਜਿਨ੍ਹਾਂ ਦੇ ਕੋਲ ਖੇਮਾ ਨਹੀਂ ਹੈ, ਦਇਆ ਨਹੀਂ ਹੈ। ਕਹਿੰਦੇ ਵੀ ਇਹ ਖੱਪ ਖੱਪ ਮਰ ਗਏ। ਤੇ ਫਿਰ ਗਿਣਤੀ ਫਿਰ ਦੱਸਦੇ ਆ ਗੁਰੂ ਸਾਹਿਬ, ਗਣਤ ਨਾ ਆਵੇ ਕਿਉਂ ਕਣੀ। ਕਹਿੰਦੇ ਵੀ ਕੋਈ ਗਿਣਤੀ ਨਹੀਂ ਆਉਂਦੀ ਇਹਨਾਂ ਦੀ। ਤੇ ਕੀ ਖੱਪ ਖੱਪ ਮੂਏ ਬਿਸੰਖ, ਬਿਸੰਖ ਦਾ ਮਤਲਬ ਅਸੰਖ ਤੋਂ ਵੀ ਉੱਪਰ, ਬਿਨਾਂ ਅਸੰਖ, ਕੋਈ ਗਿਣਤੀ ਨਹੀਂ ਹੈ। ਅਸੰਖਕ ਗਿਣਤੀ ਚਾਹੁੰਦਾ ਹੈ, ਅਸੰਖ ਦੀ ਗਿਣਤੀ, ਅਸੰਖ ਨੀਲ, ਅਰਬ ਖਰਬ ਨੀਲ ਅਸੰਖ, ਇਸ ਤਰ੍ਹਾਂ ਗਿਣਤੀ ਹੈ। ਔਰ ਅਸੰਖ ਤਾਂ ਗਿਣਤੀ ਦੇ ਵਿੱਚ ਆਉਂਦਾ, ਪਰ ਗੁਰੂ ਸਾਹਿਬ ਕਹਿੰਦੇ ਆ ਵੀ ਇਹਨਾਂ ਦੀ ਗਿਣਤੀ ਵੀ ਕੋਈ ਨਹੀਂ ਹੈ, ਬਿਸੰਖ ਹੈ। ਹੁਣ ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਖਸਮ ਪਛਾਣੈ ਆਪਣਾ, ਖੁੱਲ੍ਹੈ ਬੰਦ ਨ ਪਾਏ, ਸ਼ਬਦ ਮਹਿਲੀ ਖਰਾ ਤੂੰ, ਖੇਮਾ ਸੱਚ ਸੁਖ ਪਾਏ। ਹੁਣ ਸਤਿਗੁਰੂ ਬਖਸ਼ਿਸ਼ ਕਰ ਰਹੇ ਆ, ਭਾਈ ਗੁਰਮੁਖ ਪਿਆਰਿਓ, ਜਿਹੜੀ ਰੂਹ ਖੇਮਾ ਵਾਲੀ ਹੋ ਜਾਂਦੀ ਹੈ ਉਹ ਆਪਣੇ ਖਸਮ ਨੂੰ ਪਛਾਣ ਲੈਂਦੀ ਹੈ। ਖਸਮ ਭਾਵ ਸਾਡੀ ਸਾਰੀਆਂ ਰੂਹਾਂ ਦਾ, ਸਾਡੇ ਸਾਰੇ ਮਨੁੱਖਾਂ ਦਾ ਜਿਹੜਾ ਖਸਮ ਹੈ ਉਹ ਪਰਮ ਪਿਤਾ ਪਰਮਾਤਮਾ ਹੈ। ਤੇ
ਗੁਰੂ ਸਾਹਿਬ ਕਹਿੰਦੇ ਆ ਵੀ ਜਦੋਂ ਜਿਸ ਮਨ ਦੇ ਵਿੱਚ ਖਿਮਾ ਹੁੰਦੀ ਹੈ ਉਹ ਰੂਹ ਜਿਹੜੀ ਹੈ ਇੰਨੀ ਦਇਆਵਾਨ, ਇੰਨੀ ਪ੍ਰਮਾਤਮਾ ਦੀ ਕਿਰਪਾ ਵਾਲੀ ਹੁੰਦੀ ਹੈ ਕਿ ਉਸ ਨੂੰ ਪ੍ਰਮਾਤਮਾ ਦੀ, ਆਪਣੇ ਖਸਮ ਦੀ ਪਛਾਣ ਆ ਜਾਂਦੀ ਹੈ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਉਹ ਖੁੱਲ੍ਹਾ, ਉਹਨੂੰ ਕੋਈ ਬੰਧਨ ਨਹੀਂ ਹੁੰਦੇ ਸੰਸਾਰ ਦੇ, ਉਹ ਆਜ਼ਾਦ ਹੁੰਦਾ ਹੈ, ਖੁੱਲ੍ਹਾ ਹੁੰਦਾ ਹੈ ਔਰ ਕੋਈ ਬੰਧਨ ਨਹੀਂ ਹੁੰਦੇ ਉਸ ਨੂੰ। ਔਰ ਗੁਰੂ ਸਾਹਿਬ ਕਹਿੰਦੇ ਆ ਭਾਈ ਇਸ ਤਰ੍ਹਾਂ ਦੇ ਨਾਲ ਉਹਦੀ ਪਰਮਾਤਮਾ ਦੀ ਬਖਸ਼ਿਸ਼ ਜਿਹੜੀ ਆ ਉਹਦੇ ਸਿਰ ਦੇ ਉੱਤੇ ਬਣੀ ਰਹਿੰਦੀ ਹੈ ਕਿ ਉਹ ਬੰਧਨਾਂ ਤੋਂ ਖੁੱਲ੍ਹਾ ਹੁੰਦਾ, ਕੋਈ ਬੰਧਨ ਉਸ ਨੂੰ ਨਹੀਂ ਲੱਗਦੇਗੇ, ਕੋਈ ਵੀ ਕਸ਼ਟ ਉਸ ਨੂੰ ਨਹੀਂ ਲੱਗਦਾ, ਕੋਈ ਵੀ ਦੁੱਖ ਰੋਗ ਕਸ਼ਟ ਉਸ ਨੂੰ ਨਹੀਂ ਲੱਗਦਾ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਸ਼ਬਦ ਮਹਿਲੀ ਖਰਾ ਤੂੰ, ਖਿਮਾ ਸੱਚ ਸੁਖ ਪਾਏ। ਜਦੋਂ ਐਸੀ ਅਵਸਥਾ ਬਣ ਜਾਂਦੀ ਹੈ ਨਾ ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਸ਼ਬਦ ਮਹਿਲੀ ਖਰਾ ਤੂੰ, ਸ਼ਬਦ ਦੁਆਰਾ ਪਰਮਾਤਮਾ ਦੇ ਨਾਮ ਸਿਮਰਨ ਦੁਆਰਾ ਪਰਮਾਤਮਾ ਦੇ ਮਹਿਲ ਦੇ ਵਿੱਚ ਖੜ ਜਾਏਗਾ, ਖਰਾ ਹੋਏਗਾ ਤੂੰ। ਤੈਨੂੰ ਪਰਮਾਤਮਾ ਜਿਹੜਾ ਹੈ ਆਪਣੇ ਸੱਚਖੰਡ ਦੇ ਦੁਆਰੇ ਦੇ ਉੱਤੇ ਬੁਲਾਏਗਾ ਔਰ ਤੈਨੂੰ ਸੱਚ ਸਮਝ ਕੇ, ਸੁੱਚਾ ਸਮਝ ਕੇ, ਸਚਿਆਰੀ ਰੂਹ ਸਮਝ ਕੇ ਤੇਰੀ ਮਹਿਲਾਂ ਦੇ ਵਿੱਚ ਪਰਮਾਤਮਾ ਦੇ ਸੱਚਖੰਡ ਦੇ ਦੁਆਰੇ ਦੇ ਉੱਤੇ ਸਤਿਕਾਰ ਹੋਵੇਗਾ। ਤੇ ਫਿਰ ਤੈਨੂੰ ਕੀ ਹੋਏਗਾ? ਸੱਚ ਸੁਖ ਪਾਏ, ਪਰਮਾਤਮਾ ਦੇ ਪਿਆਰ ਦੇ ਵਿੱਚ ਤੈਨੂੰ ਸੱਚ ਔਰ ਸੁਖ ਦੀ ਪ੍ਰਾਪਤੀ ਹੋਵੇਗੀ, ਸੁਖਾਨੰਦ ਪਰਮਾਨੰਦ ਦੀ ਪ੍ਰਾਪਤੀ ਹੋ ਜਾਏਗੀ। ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਖਰਚ ਖਰਾ ਤਨ ਧਿਆਨ ਤੂੰ, ਆਪੇ ਵਸੈ ਸਰੀਰ, ਮਨ ਤਨ ਮੁਖ ਜਾਪੈ ਸਦਾ, ਗੁਣ ਅੰਤਰ ਮਨ ਧੀਰ। ਇਸ ਤੁਕ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਭਾਈ ਤੇਰੇ ਜਿਹੜਾ ਹੈ ਨਾ, ਜਦੋਂ ਤੂੰ ਇਸ ਸੰਸਾਰ ਦੇ ਵਿੱਚ ਰਹੇਗਾ, ਜੀਵਨ ਜੀਏਗਾ, ਕਰਮ ਕਰੇਗਾ, ਤੇ ਉਦੋਂ ਜਦੋਂ ਤੂੰ ਪਰਮਾਤਮਾ ਦੇ ਨਾਮ ਦੇ ਸਦਕਾ ਮਨ ਦੇ ਵਿੱਚ ਖਿਮਾ ਧਾਰਨ ਕਰ ਲਏਗਾ, ਨਾਮ ਸਿਮਰਨ ਕਰੇਗਾ, ਤੇ ਗੁਰੂ ਸਾਹਿਬ ਕਹਿੰਦੇ ਆ ਵੀ ਤੇਰਾ ਖਰਚ ਜਿਹੜਾ ਹੈ ਨਾ, ਰਸਤੇ ਦਾ ਭਾਵ ਜਦੋਂ ਤੂੰ ਇਸ ਸੰਸਾਰ ਤੋਂ ਉੱਠ ਕੇ ਪਰਮਾਤਮਾ ਦੇ ਦੁਆਰੇ ਵੱਲ ਨੂੰ ਜਾਣਾ ਹੈ, ਉਦੋਂ ਇਹ ਤੇਰਾ ਖਰਚ ਜਿਹੜਾ ਹੈ ਨਾ ਖਰਾ ਹੋਏਗਾ, ਨਾਮ ਧਨ ਹੋਏਗਾ, ਖਿਮਾ ਤੇਰੀ ਹੈ, ਖਰਚ ਜਿਹੜਾ ਹੈ ਇਹ ਖਰਾ ਹੋਏਗਾ। ਤੇ ਗੁਰੂ ਸਾਹਿਬ ਕਹਿੰਦੇ ਆ ਤੇਰਾ ਧਿਆਨ ਵੀ ਜਿਹੜਾ ਹੈ ਨਾ ਉਹ ਧਨ ਮਤਲਬ ਸੱਚਾ ਹੋਏਗਾ, ਖਰਾ ਹੋਏਗਾ। ਸੁਰਤੀ ਜਿਹੜੀ ਹੈ ਤੇਰੀ ਪਰਮਾਤਮਾ ਦੇ ਚਰਨਾਂ ਜੁੜੀ ਹੋਏਗੀ, ਇਹ ਖਰੀ ਹੈ। ਤੇ ਇਹ ਖਰਚ ਵੀ ਜਦੋਂ ਤੇਰਾ ਨਾ ਇਹੀ ਖਰਚ ਬਣਨਾ, ਜਦੋਂ ਤੂੰ ਪਰਮਾਤਮਾ ਦਾ ਨਾਮ ਸਿਮਰਨ ਕਰੇਗਾ, ਇਹੀ ਖਰਚ ਤੈਨੂੰ ਜਿਹੜਾ ਦਰਗਾਹ ਦੇ ਵਿੱਚ ਕੰਮ ਆਏਗਾ। ਅੱਗੇ ਗੁਰੂ ਸਾਹਿਬ ਕਹਿੰਦਾ ਫਿਰ ਇਹ ਕਿਰਪਾ ਕੀ ਹੁੰਦੀ ਆ? ਆਪੇ ਵਸੈ ਸਰੀਰ। ਜਦੋਂ ਐਸੀ ਅਵਸਥਾ ਬਣ ਜਾਂਦੀ ਹੈ, ਸਾਡਾ ਧਿਆਨ ਖਰਾ ਹੋ ਜਾਂਦਾ ਹੈ, ਸਾਡੀ ਜਿਹੜੀ ਹੈ ਖਰਚ ਜਿਹੜਾ ਅਸੀਂ ਸੱਚ ਨਾਮ ਦਾ ਪੱਲੇ ਬੰਨ੍ਹ ਕੇ ਮਤਲਬ ਜਿਹੜਾ ਇਸ ਸੰਸਾਰ ਦੇ ਵਿੱਚ ਤਿਆਰ ਹੁੰਦੇ ਆ, ਉਦੋਂ ਫਿਰ ਕੀ ਹੁੰਦਾ ਹੈ? ਆਪੇ ਵਸੈ ਸਰੀਰ। ਇਸ ਸੰਸਾਰ ਦੇ ਵਿੱਚ ਬੈਠਿਆ ਹੋਇਆ ਹੀ ਪਰਮਾਤਮਾ ਜਿਹੜਾ ਸਾਡੇ ਅੰਦਰ ਹੀ ਹੈ, 10ਵੇਂ ਦੁਆਰ ਦੇ ਵਿੱਚ ਹੈ, ਉਹ 10ਵੇਂ ਦੁਆਰ ਚੋਂ ਨਿਕਲ ਕੇ ਹਿਰਦੇ ਦੇ ਵਿੱਚ ਆ ਜਾਂਦਾ। ਕਹਿੰਦੇ ਵੀ ਉਹ ਆਪੇ ਹੀ ਤੇਰੇ ਸਰੀਰ ਦੇ ਵਿੱਚ ਹਾਜ਼ਰ ਹੋ ਜਾਂਦਾ ਹੈ, ਆਪੇ ਹੀ ਵਸਣਾ ਸ਼ੁਰੂ ਕਰ ਦਿੰਦਾ ਪਰਮਾਤਮਾ, ਕੋਈ ਜ਼ੋਰ ਕਰਨ ਦੀ ਲੋੜ ਨਹੀਂ ਪੈਂਦੀ। ਅੱਗੇ ਗੁਰੂ ਸਾਹਿਬ ਕਹਿੰਦੇ ਆ ਮਨ ਤਨ ਮੁਖ ਜਾਪੈ ਸਦਾ, ਗੁਣ ਅੰਤਰ ਮਨ ਧੀਰ। ਮਨ ਤਨ, ਇੱਕ ਗੱਲ ਮੈਂ ਬਾਰ-ਬਾਰ ਫਿਰ ਕਹਿਣਾ ਚਾਹੁੰਦਾ ਹੈ ਕਿ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਜਿੱਥੇ ਵੀ ਬਿਆਨ ਕੀਤਾ ਹੈ, ਜਿੱਥੇ ਵੀ ਸਾਨੂੰ ਕੋਈ ਰਸਤਾ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਇਹੀ ਦੱਸਿਆ ਹੈ ਕਿ ਜਪ ਮਨ ਮੇਰੇ ਸਦਾ ਸਤਨਾਮ। ਯਾਨੀ ਸਾਰਾ ਕਰਮ ਜਿਹੜਾ ਸਾਡੇ ਮਨ ਨੇ ਕਰਨਾ ਹੈ। ਤੇ ਮਨ ਜਦੋਂ ਨਾਮ ਸਿਮਰਨ ਕਰਦਾ ਹੈ ਨਾ, ਤੇ ਗੁਰੂ ਸਾਹਿਬ ਸਾਨੂੰ ਇੱਕ ਗੱਲ ਹੋਰ, ਵੈਸੇ ਸਰੀਰ ਨੂੰ ਵੀ ਵਿਰੋਧ ਦੱਸਿਆ ਗਿਆ ਨਾਮ ਜਪਣ ਦੇ ਵਿੱਚ। ਇਹ ਸਰੀਰ ਵੀ ਜਿਹੜਾ ਹੈ ਇਹ ਮਾਇਆ ਹੈ, ਇਹ ਕਾਇਆ ਜਿਹੜੀ ਸਾਡੀ ਮਾਇਆ ਹੈ, ਪਰ ਜਦੋਂ ਰੂਹ ਸਾਡੀ ਇਸ ਸਰੀਰ ਦੇ ਵਿੱਚ ਬੈਠ ਕੇ ਜਦੋਂ ਨਾਮ ਸਿਮਰਨ ਕਰਦੀ ਹੈ ਨਾ, ਉਦੋਂ ਸਾਡਾ ਤਨ ਵੀ ਜਿਹੜਾ ਨਿਰਮਲ ਹੋ ਜਾਂਦਾ, ਸਾਡਾ ਤਨ ਵੀ ਸੁੱਚਾ ਹੋ ਜਾਂਦਾ, ਸਚਿਆਰਾ ਬਣ ਜਾਂਦਾ ਹੈ। ਹੁਣ ਇਹ ਗੁਰੂ ਸਾਹਿਬ ਇਸ ਕਰਕੇ ਗੱਲ ਮਨ ਤਨ ਮੁਖ ਜਾਪੇ ਸਦਾ, ਜਿਹੜੀ ਰੂਹ ਫਿਰ ਮਨ ਦੇ ਔਰ ਤਨ ਦੇ ਨਾਲ ਜਾਪਣ ਦਾ ਮਤਲਬ ਕਿ ਅਸੀਂ ਬੜੇ ਪਿਆਰ ਦੇ ਨਾਲ ਘਰੋਂ ਚੱਲ ਕੇ ਆਏ, ਕਦਮ ਚੱਲ ਕੇ ਆਏ, ਗੁਰੂ ਦੇ ਚਰਨਾਂ 'ਚ ਮੱਥਾ ਟੇਕਿਆ, ਤੇ ਗੁਰੂ ਸਾਹਿਬ ਕਹਿੰਦੇ ਆ ਵੀ ਤੇਰਾ ਤਨ ਵੀ ਸਫਲਾ ਹੋ ਗਿਆ, ਤੇਰੇ ਹੱਥਾਂ ਦੇ ਨਾਲ ਤੂੰ ਚੰਗੇ ਕਰਮ ਕੀਤੇ, ਸੇਵਾ ਕੀਤੀ, ਤੇਰਾ ਕਰਮ ਜਿਹੜਾ ਚੰਗਾ ਹੋ ਗਿਆ, ਤੇਰਾ ਤਨ ਵੀ ਸਫਲਾ ਹੋ ਗਿਆ। ਇਸ ਤਰ੍ਹਾਂ ਕਹਿੰਦੇ ਆ ਵੀ ਨਾਮ ਜਪਣ ਨਾਲ ਮਨ ਤੇ ਸੇਵਾ ਕਰਨ ਨਾਲ ਜਿਹੜਾ ਤਨ ਜਿਹੜਾ ਹੈ ਨਾ ਉਹ ਉਜਲ ਹੋ ਜਾਂਦਾ, ਨਿਰਮਲ ਹੋ ਜਾਂਦਾ ਹੈ, ਸੁੱਚਾ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਮੁਖ ਜਾਪੈ, ਜਦੋਂ ਇਹ ਰੂਹ ਜਿਹੜੀ ਹੈ ਪਰਮਾਤਮਾ ਦੀ ਕਿਰਪਾ ਨਾਲ ਮੁਖ ਤੋਂ ਪਰਮਾਤਮਾ ਦਾ ਨਾਮ ਜਪਣ ਕਰਦੀ ਹੈ ਨਾ, ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਕਿ ਪਰਮਾਤਮਾ ਵਾਲੇ ਗੁਣ
ਜਿੰਨੇ ਵੀ ਪਰਮਾਤਮਾ ਦੇ ਗੁਣ ਹੁੰਦੇ ਆ ਉਸ ਗੁਰਮੁਖ ਪਿਆਰੇ ਦੀ ਰੂਹ ਦੇ ਵਿੱਚ ਆ ਜਾਂਦੇ ਆ। ਗੁਣ ਅੰਤਰ ਮਨ ਧੀਰ, ਧੀਰ ਮਨ ਨਾਲ ਹੀ ਮਤਲਬ ਸਹਿਜ ਸੁਭਾਅ ਹੀ ਆਪਣੇ ਆਪ ਹੀ ਪਰਮਾਤਮਾ ਦੇ ਗੁਣ ਉਸ ਰੂਹ ਦੇ ਵਿੱਚ ਪ੍ਰਾਪਤ ਹੋ ਜਾਂਦੇ ਆ। ਔਰ ਉਹ ਮਹਾਂਪੁਰਸ਼ ਜਿਹੜੇ ਆ ਗੁਰੂ ਸਾਹਿਬ ਬਾਣੀ ਵਿਚਾਰ ਕਰਦੀ ਹੈ ਕਿ ਉਹ ਮਹਾਂਪੁਰਸ਼ ਜਿਹੜੇ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਆ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਐਸੀ ਅਵਸਥਾ ਬਣ ਜਾਂਦੀ ਹੈ ਗੁਰਮੁਖ ਪਿਆਰਿਆਂ ਦੀ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਹੈ, ਹਉਮੈ ਖਪੇ ਖਪਾਈਸੀ ਵੀਜੋ ਵੱਥ ਵਿਕਾਰ, ਜੰਤ ਉਪਾਏ ਵਿੱਚ ਪਾਇਨ ਕਰਤਾ ਅਲੱਗ ਅਪਾਰ। ਕਹਿੰਦੇ ਵੀ ਜਿਹੜੀ ਰੂਹ ਜਿਹੜੀ ਹੈ ਨਾ ਹਉਮੈ ਦੇ ਵਿੱਚ ਹੈ, ਹੰਕਾਰ ਦੇ ਵਿੱਚ ਹੈ, ਮੈਂ ਮੇਰੀ ਕਰਦੀ ਹੈ, ਬੜਾ ਹੰਕਾਰ ਕਰਦੀ ਹੈ, ਬੜੀਆਂ ਆਪਣੀਆਂ ਗੁਰੂ ਦੀ ਗੱਲ ਨਹੀਂ ਸਮਝਦੀ ਗੀ, ਗੁਰੂ ਦੀ ਮੱਤ ਨਹੀਂ ਸੁਣਦੀ ਗੀ, ਆਪਣੀਆਂ ਹੀ ਗੱਲਾਂ ਦੇ ਵਿੱਚ ਮਸਤ ਰਹਿੰਦੇ ਆ। ਕਹਿੰਦੇ ਵੀ ਉਹ ਹਉਮੈ ਹੁੰਦੇ ਆ ਉਹਨਾਂ ਦੇ ਅੰਦਰ, ਮੈਂ ਨਹੀਂ ਹੁੰਦੀ, ਗੁਰੂ ਦੀ ਭਾਵਨਾ ਨਹੀਂ ਹੁੰਦੀ, ਗੁਰੂ ਦੀ ਸ਼ਰਨਾ ਨਹੀਂ ਹੁੰਦੀ ਗੀ। ਤੇ ਇਹ ਗੁਰੂ ਸਾਹਿਬ ਕਹਿੰਦੇ ਆ ਵੀ ਐਸੀ ਰੂਹ ਜਿਹੜੀ ਹੈ ਖਪੇ ਖਪਾਈ ਸੀ, ਆਪ ਵੀ ਖਪ ਸੀ ਔਰ ਉਹ ਲੋਕਾਂ ਨੂੰ ਵੀ ਖਪਾਊਗੀ, ਜਿੱਧਰ ਨੂੰ ਜਾਊਗੀ ਲੋਕਾਂ ਨੂੰ ਪੁੱਠੇ ਰਾਹ ਲਾਊਗੀ। ਹਉਮੈ ਖਪੇ ਖਪਾਈ ਸੀ ਵੀਜੋ ਵੱਥ ਵਿਕਾਰ, ਕੀ ਕਰੋ? ਗੁਰੂ ਸਾਹਿਬ ਕਹਿੰਦੇ ਆ ਵੀ ਐਸੀ ਰੂਹ ਜਿਹੜੀ ਹੈ ਨਾ ਬੀਜ ਬੀਜਦੀ ਹੈ ਕਿਹੜਾ? ਵਿਕਾਰਾਂ ਦੀ ਵੱਥ ਦਾ, ਵਿਸ਼ੇ ਵਿਕਾਰ, ਪਾਪ ਕਰਮ, ਅਧਰਮ, ਅਵਗੁਣ, ਬੇਈਮਾਨੀਆਂ, ਚੋਰੀਆਂ, ਠੱਗੀਆਂ, ਇਹੋ ਜਿਹੀ ਜਾ ਕੇ ਉਹ ਲੋਕਾਂ ਨੂੰ ਵੀ ਮੱਤ ਦਿੰਦੀ ਹੈ ਉਹ ਰੂਹ, ਤੇ ਵਿਸ਼ੇ ਵਿਕਾਰਾਂ ਦੇ ਬੀਜ ਬੀਜਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਜੰਤ ਉਪਾਏ ਵਿੱਚ ਪਾਇਨ ਕਰਤਾ ਅਲੱਗ ਅਪਾਰ। ਪਰ ਇਹਨਾਂ ਰੂਹਾਂ ਦੇ ਵਿੱਚ ਵੀ ਗੁਰੂ ਸਾਹਿਬ ਨੇ ਕਿਹਾ ਕਿ ਸਾਰੇ ਸੰਸਾਰ ਦੇ ਜੰਤ ਜਿਹੜੇ ਹੈ ਨਾ, ਜੰਤ ਪੈਦਾ ਕਰਕੇ ਆਪਣੇ ਆਪ ਨੂੰ ਵਿੱਚ ਬਿਠਾਇਆ ਹੋਇਆ ਇਸ ਰੂਹ ਇਸ ਦੇਹ ਦੇ ਅੰਦਰ। ਜਿੱਥੇ ਸਾਡੀ ਰੂਹ ਬਿਰਾਜਮਾਨ ਆ ਉੱਥੇ ਪਰਮਪਿਤਾ ਪਰਮਾਤਮਾ ਵੀ ਇੱਕੋ ਹੀ ਸੇਜ ਦੇ ਉੱਤੇ ਬਿਰਾਜਮਾਨ ਆ, ਔਰ ਸਿਰਫ ਤੇ ਸਿਰਫ ਮਾਇਆ ਦਾ ਪਰਦਾ ਹੈ ਪਰਮਾਤਮਾ ਔਰ ਰੂਹ ਦੇ ਅੰਦਰ। ਇਹ ਮਾਇਆ ਦਾ ਪਰਦਾ ਉਦੋਂ ਟੁੱਟਦਾ ਜਦੋਂ ਗੁਰੂ ਤੋਂ ਨਾਮ ਅੰਮ੍ਰਿਤ ਲੈ ਕੇ ਉਸ ਦੀ ਸਿਮਰਨਾ ਕੀਤੀ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਵੀ ਇਹ ਕਰਤਾ ਜਿਹੜਾ ਨਾ, ਸਾਰੀ ਸ੍ਰਿਸ਼ਟੀ ਦਾ ਕਰਤਾ ਜਿਹੜਾ ਅਲੱਗ ਅਪਾਰ ਜਿਹੜਾ ਹੈ ਉਹ ਸਾਡੇ ਜੀਆਂ ਦੇ ਅੰਦਰ ਹੀ ਬਿਰਾਜਮਾਨ ਹੈ। ਜਿੱਥੇ ਰੂਹ ਹੈ ਉਸ ਹੀ ਪਲੰਗ ਦੇ ਉੱਤੇ, ਉਸ ਹੀ ਸੇਜ ਦੇ ਉੱਤੇ ਪਰਮਪਿਤਾ ਪਰਮਾਤਮਾ ਵੀ ਬਿਰਾਜਮਾਨ ਹੈ। ਅੱਗੇ ਹੁਣ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਅਗਲਾ ਬੰਦ ਹੈ ਇਸ ਬਾਣੀ ਦਾ। ਸ੍ਰਿਸ਼ਟੇ ਪਿਓ ਨਾ ਜਾਣੈ ਕੋਏ, ਸ੍ਰਿਸ਼ਟਾ ਕਰੇ ਸੋ ਨੇਚੋ ਹੋਏ, ਸੰਪੇ ਕੋ ਈਸ਼ਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ, ਸੰਪੈ ਕਾਰਣ ਚਾਕਰ ਚੋਰ, ਸੰਪੈ ਸਾਥ ਨ ਚਾਲੈ ਹੋਰ, ਬਿਨ ਸਾਚੇ ਨਹੀਂ ਦਰਗਾ ਮਾਣ, ਹਰ ਰਸ ਪੀਵੈ ਛੁਟੈ ਨਿਦਾਨ। ਇਸ ਪੌੜੀ ਦੇ ਵਿੱਚ ਹੁਣ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹੈ, ਭਾਈ ਗੁਰਮੁਖ ਪਿਆਰਿਓ, ਇਹ ਸ੍ਰਿਸ਼ਟੀ ਜਿਹੜੀ ਹੈ ਨਾ, ਇਹ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਜਿਹੜਾ ਉਹ ਕਰਤਾ ਹੈ ਪਰਮਪਿਤਾ ਪਰਮਾਤਮਾ ਹੈ, ਜਿਹਨੂੰ ਅਸੀਂ ਵਾਹਿਗੁਰੂ ਕਹਿੰਦੇ ਹਾਂ, ਜਿਹਨੂੰ ਅਸੀਂ ਅੱਲਾ ਕਹਿੰਦੇ ਹਾਂ, ਜਿਹਨੂੰ ਅਸੀਂ ਰਾਮ ਕਹਿੰਦੇ ਹਾਂ, ਜਿਹਨੂੰ ਅਸੀਂ ਪਤਾ ਨਹੀਂ ਕਿੰਨੇ ਨਾਵਾਂ ਨਾਲ ਜਾਣਦੇ ਹਾਂ, ਜਿਹਨੂੰ ਅਸੀਂ ਇੱਥੋਂ ਤੱਕਰ ਕਿ ਹੋਰ ਸਮਾਜ ਦੇ ਹਜ਼ਾਰਾਂ ਨਾਮ ਹੈ ਜੀ ਗੁਰੂ ਸਾਹਿਬ ਨੇ ਦੱਸਿਆ ਹੋਇਆ। ਕਿੰਨੇ ਕੁ ਯਾਦ ਕਰੀਏ, ਕਿੰਨੇ ਕੁ ਲਈਏ, ਕਿੰਨੇ ਕੁ ਗੁਰੂ ਸਾਹਿਬ ਇਹ ਕਹਿੰਦੇ ਆ ਕਿ ਸਾਰੇ ਅਨੇਕਾਂ ਨਾਮ ਆ ਉਸ ਦੇ। ਪਰ ਜਦੋਂ ਇਸ ਰੂਹ ਨੇ ਇਸ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਉਦੋਂ ਸਿਰਫ ਇੱਕ ਨਾਮ ਜੋ ਗੁਰੂ ਕੋਲੋਂ ਇਹਨਾਂ ਨੂੰ ਮਿਲਿਆ ਉਸ ਦਾ ਹੀ ਸਿਮਰਨ ਕਰਨਾ। ਬਾਰ-ਬਾਰ ਨਾਮ ਨਹੀਂ ਬਦਲਣੇ, ਕਦੇ ਨਾਮ ਉਧਰਲਾ ਬਦਲਿਆ, ਕਦੇ ਉਧਰਲਾ ਲੱਗ ਗਿਆ, ਕਦੇ ਉਸ ਮੰਦਰ ਚਲੇ ਗਏ, ਕਦੇ ਉਸ ਗੁਰਦੁਆਰੇ ਚਲੇ ਗਏ, ਕਦੇ ਉੱਥੇ ਟੱਲ ਖੜਕਾਤੇ। ਇਸ ਤਰ੍ਹਾਂ ਨਹੀਂ ਕਰਨਾ। ਜੇ ਗੁਰਮੁਖ ਪਿਆਰੇ ਨੇ ਗੁਰੂ ਤੋਂ ਨਾਮ ਲੈ ਕੇ ਇੱਕ ਨਾਮ ਦੀ ਪ੍ਰਾਪਤੀ ਕਰ ਲਈ ਹੈ ਤੇ ਉਹੀ ਨਾਮ ਚੁਣ ਲਿਆ ਕਿ ਮੈਂ ਇਸ ਨਾਮ ਦਾ ਸਿਮਰਨ ਕਰਨਾ ਹੈ, ਤੇ ਉਹ ਰੂਹ ਉਸੇ ਨਾਮ ਦਾ ਸਿਮਰਨ ਕਰੇ ਤੇ ਫਿਰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਹੁਣ ਗੁਰੂ ਸਾਹਿਬ ਇੱਥੇ ਬਖਸ਼ਿਸ਼ ਕਰਦੇ ਆ, ਭਾਈ ਸ੍ਰਿਸ਼ਟੇ ਭੇਓ ਨਾ ਜਾਣੇ ਕੋਏ। ਉਸ ਸ੍ਰਿਸ਼ਟੀ ਦੇ ਬਣਾਉਣ ਵਾਲੇ ਦਾ ਭੇਦ ਤਾਂ ਕੋਈ ਜਾਣਦਾ ਨਹੀਂ, ਕਹਿੰਦੇ ਕੋਈ ਨਹੀਂ ਜਾਣਦਾ। ਸਭ ਖੇਲ ਆਪਣੇ ਆਪਣੇ ਖੇਲਦੇ ਫਿਰਦੇ ਆ, ਆਪਣੀ ਆਪਣੀ ਮਰਜ਼ੀ ਕਰਦੇ ਫਿਰਦੇ ਆ, ਆਪਣੇ ਆਪ ਨੂੰ ਕਹਿੰਦੇ ਆ ਮੈਂ ਬਹੁਤ ਵੱਡਾ ਭਗਤ ਹਾਂ, ਮੈਂ ਬਹੁਤ ਵੱਡਾ ਸੰਤ ਹਾਂ, ਮੈਂ ਬਹੁਤ ਵੱਡਾ ਸੇਵਾਦਾਰ ਹਾਂ, ਮੈਂ ਬਹੁਤ ਵੱਡਾ ਗਿਆਨੀ ਹਾਂ। ਬਸ ਇੱਥੇ ਹੀ ਹੈ, ਇਸ ਤੋਂ ਅੱਗੇ ਕੁਛ ਨਹੀਂ ਹੈ। ਹਉਮੈ ਦੇ ਵਿੱਚ ਹੀ ਫਿਰਦੇ ਆ। ਅੱਗੇ ਗੁਰੂ ਸਾਹਿਬ ਕਹਿੰਦੇ ਆ ਸ੍ਰਿਸ਼ਟਾ ਕਰੇ ਸੋ ਨੇਚੋ ਹੋਏ। ਪਰ ਸੰਸਾਰ ਦੇ ਵਿੱਚ ਇਹ ਨਿਯਮ ਹੈ ਕਿ ਜੋ ਸ੍ਰਿਸ਼ਟੀ ਦਾ ਬਣਾਉਣ ਵਾਲਾ ਸ੍ਰਿਸ਼ਟਾ ਭਾਵ ਪਰਮਪਿਤਾ ਪਰਮਾਤਮਾ, ਜਿਹਨੂੰ ਅਸੀਂ ਰੱਬ ਵੀ ਕਹਿੰਦੇ ਹਾਂ, ਜਿਹਨੂੰ ਅਸੀਂ ਵਾਹਿਗੁਰੂ ਵੀ ਕਹਿੰਦੇ ਹਾਂ, ਜਦੋਂ ਉਹ ਕੁਛ ਕਰਦਾ ਹੈ ਨਾ
ਸ੍ਰਿਸ਼ਟਾ ਕਰੇ ਸੋ ਨੇਚੋ ਹੋਏ। ਜੋ ਵੀ ਖੇਲ ਖੇਲਦਾ, ਜੋ ਵੀ ਕਿਸੇ ਨੂੰ ਖੇਲ ਖਿਲਾਉਂਦਾ ਹੈ, ਜੋ ਵੀ ਕਿਸੇ ਨੂੰ ਬਖਸ਼ਾਂ ਦਿੰਦਾ ਹੈ, ਜੋ ਵੀ ਕਿਸੇ ਨੂੰ ਵਡਿਆਈਆਂ ਦਿੰਦਾ ਹੈ, ਜੋ ਵੀ ਕਿਸੇ ਨੂੰ ਗੁਣ ਦਿੰਦਾ, ਤੇ ਗੁਰੂ ਸਾਹਿਬ ਕਹਿੰਦੇ ਆ ਉਹ ਪਰਮਪਿਤਾ ਪਰਮਾਤਮਾ ਜਦੋਂ ਦਿੰਦਾ ਹੈ ਨਾ, ਉਹ ਨੇਚਲ ਪੱਕਾ ਹੀ ਹੋ ਜਾਂਦਾ ਹੈ। ਉਹਦੇ 'ਚ ਕੋਈ ਦੁਬਿਧਾ ਨਹੀਂ ਰਹਿੰਦੀ ਕਿ ਹੋਊਗਾ ਕਿ ਨਹੀਂ ਹੋਊਗਾ, ਕੋਈ ਸ਼ੰਕਾ ਨਹੀਂ ਰਹਿੰਦੀ ਕਿ ਹੋਊਗਾ ਕਿ ਨਹੀਂ ਹੋਊਗਾ। ਕਹਿੰਦੇ ਵੀ ਦ੍ਰਿੜਤਾ ਪੂਰਨ ਰੂਪ ਦੇ ਵਿੱਚ ਉਹ ਨੇਚਾ ਹੋ ਜਾਂਦਾ ਹੈ ਕਿ ਪਰਮਪਿਤਾ ਪਰਮਾਤਮਾ ਦਾ ਕੀਤਾ ਹੋਇਆ ਕਰਮ ਜਿਹੜਾ ਇਹ ਹੋ ਕੇ ਰਹੇਗਾ। ਹੁਣ ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਸੰਪੇ ਕੋ ਈਸ਼ਰ ਧਿਆਈਐ। ਸੰਪੈ ਮਤਲਬ ਸੰਪੈ ਕਹਿੰਦੇ ਆ ਧਨ ਨੂੰ। ਆ ਜਿਹੜਾ ਅਸੀਂ ਖਰਚ ਕਰਦੇ ਆ ਨਾ, ਧਨ ਰੁਪਈਏ ਇਕੱਠੇ ਕਰਦੇ ਆ, ਇਹਨੂੰ ਕਹਿੰਦੇ ਸੰਪੈ। ਸੰਪਤੀ, ਮਕਾਨ ਬਣਾਉਣੇ ਆ, ਬਿਲਡਿੰਗਾਂ ਬਣਾਉਣੇ ਆ, ਜਾਇਦਾਦਾਂ ਬਣਾਉਣੇ ਆ, ਇਹਨੂੰ ਸੰਪੇ ਕਹਿੰਦੇ ਆ। ਕਹਿੰਦੇ ਵੀ ਸੰਪੇ ਦੀ ਖਾਤਰ ਜਿਹੜਾ ਹੈ ਨਾ, ਇਹ ਬੰਦਾ ਪਰਮਾਤਮਾ ਨੂੰ ਵੀ ਸਿਮਰਦਾ। ਸੱਚੇ ਪਾਤਸ਼ਾਹ ਰੋਜ਼ ਗੁਰਦੁਆਰੇ ਆ ਕੇ ਮੱਥਾ ਟੇਕੋ, ਸੱਚੇ ਪਾਤਸ਼ਾਹ ਮੈਨੂੰ ਕੋਠੀ ਦੇ ਦੀ, ਸੱਚੇ ਪਾਤਸ਼ਾਹ ਮੇਰੀ ਬਿਲਡਿੰਗ ਬਣ ਜਾਵੇ, ਸੱਚੇ ਪਾਤਸ਼ਾਹ ਮੇਰਾ ਕਾਰ ਘਰੇ ਆ ਜਾਵੇ, ਸੱਚੇ ਪਾਤਸ਼ਾਹ ਮੈਨੂੰ ਫਲਾਨੀ ਚੀਜ਼ ਦੀ ਲੋੜ ਹੈ, ਮੈਨੂੰ ਪੁੱਤਾਂ ਦੀ ਲੋੜ ਹੈ। ਇਹ ਸਾਰੀ ਸੰਪੇ ਹੈ, ਸੰਪਤੀ ਹੈ। ਕਹਿੰਦੇ ਵੀ ਇਹਦੇ ਕਾਰਨ ਜਿਹੜਾ ਹੈ ਨਾ, ਬੰਦਾ ਜਿਹੜਾ ਹੈ ਪਰਮਾਤਮਾ ਨੂੰ ਧਿਆਉਂਦਾ ਹੈ, ਈਸ਼ਰ ਵਾਹਿਗੁਰੂ ਵਾਹਿਗੁਰੂ ਕਰਦਾ ਔਰ ਹੱਥ ਜੋੜਦਾ ਮੈਨੂੰ ਦੇ ਦੇ। ਪਰ ਵੈਸੇ ਪਰਮਾਤਮਾ ਦਾ ਮਨੋਂ ਕਦੇ ਵੀ ਉਸ ਨੇ ਸ਼ੁਕਰਾਨਾ ਨਹੀਂ ਕੀਤਾ ਹੁੰਦਾ, ਸਿਰਫ ਮਤਲਬ ਵਾਸਤੇ, ਲੋੜ ਵਾਸਤੇ, ਸੰਪੇ ਖਾਤਰ ਉਹ ਧਿਆਉਂਦਾ ਪਰਮਾਤਮਾ ਨੂੰ। ਤੇ ਅੱਗੇ ਗੁਰੂ ਸਾਹਿਬ ਕਹਿੰਦੇ ਸੰਪੈ ਪੁਰਬ ਲਿਖੇ ਕੀ ਪਾਈ ਹੈ। ਕਹਿੰਦੇ ਵੀ ਸੰਪਤੀ ਜਿਹੜੀ ਹੈ ਨਾ, ਪੁੱਤਰ ਧੀਆਂ, ਬਿਲਡਿੰਗਾਂ, ਐਸ਼ੋ ਰਾਮ ਦੀਆਂ ਕਾਰਾਂ ਵਸਤਾਂ, ਅਲੇਖ ਖਾਣ ਪੀਣ ਦੀਆਂ ਵਸਤਾਂ ਜਾਂ ਧਨ, ਇਹ ਪੂਰਬਲਾ ਪਰਮਾਤਮਾ ਦਾ ਲਿਖਿਆ ਹੋਇਆ ਇਸ ਰੂਹ ਦੇ ਮਸਤਕ ਦੇ ਉੱਤੇ ਹੁੰਦਾ ਹੈ ਕਿ ਇਸ ਰੂਹ ਨੂੰ ਫਲਾਨੀ ਚੀਜ਼ ਦੀ ਪ੍ਰਾਪਤੀ ਹੋਏਗੀ। ਤੇ ਗੁਰੂ ਸਾਹਿਬ ਕਹਿੰਦੇ ਆ ਸੰਪੇ ਪੁਰਬ ਲਿਖੇ ਕੀ ਪਾਈ ਹੈ। ਪਹਿਲਾਂ ਲਿਖਿਆ ਹੁੰਦਾ ਮੱਥੇ ਦੇ ਉੱਤੇ, ਉਹੀ ਪ੍ਰਾਪਤ ਹੁੰਦੀ ਹੈ। ਉਦੋਂ ਜ਼ਿਆਦਾ ਵੱਧ ਨਹੀਂ ਕਦੇ ਮਿਲਦੀ, ਨਾ ਭਾਗਾਂ ਤੋਂ ਜ਼ਿਆਦਾ ਮਿਲਦੀ ਹੈ, ਨਾ ਭਾਗ ਤੋਂ ਘੱਟ ਮਿਲਦੀ ਹੈ। ਜਿੰਨੀ ਪਰਮਾਤਮਾ ਨੇ ਮੱਥੇ ਦੇ ਉੱਤੇ ਲਿਖ ਦਿੱਤੀ ਹੈ, ਉਹ ਹਰ ਹਾਲਤ ਦੇ ਵਿੱਚ ਇਸ ਸੰਸਾਰ ਦੇ ਵਿੱਚ ਜੀਵ ਦੇ ਕੋਲ ਪਹੁੰਚੇਗੀ। ਸਿਰ ਰੇਜਕ ਸੰਭਾਹੇ ਠਾਕਰ, ਕਾਹੇ ਮਨ ਭਉ ਕਰਿਆ, ਊੜੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਜਦੋਂ ਅਸੀਂ ਸਿਮਰਨ ਕਰਾਂਗੇ ਨਾ, ਉਹ ਪਰਮਾਤਮਾ ਦੀ ਲਿਖੀ ਹੋਈ ਮਸਤਕ ਦੇ ਉੱਤੇ ਸਾਡੇ, ਉਹ ਆਪਣੇ ਆਪ ਹੀ ਸਾਡੇ ਕੋਲ ਹਾਜ਼ਰ ਹੋ ਜਾਏਗੀ, ਆਪਣੇ ਆਪ ਹੀ ਵਿਧ ਬਣੇਗੀ, ਧਨ ਆ ਜਾਏਗਾ, ਆਪਣੇ ਆਪ ਹੀ ਬਿਲਡਿੰਗਾਂ ਬਣ ਜਾਣਗੀਆਂ, ਮਕਾਨ ਬਣ ਜਾਣਗੇ, ਆਪਣੇ ਆਪ ਹੀ ਪੁੱਤਰ ਧੀਆਂ ਆ ਜਾਣਗੇ। ਮੰਗਿਆਂ ਪੁੱਤਰ ਧੀਆਂ ਕਦੇ ਨਹੀਂ ਮਿਲਦੇ ਭਾਈ, ਪਰਮਾਤਮਾ ਦੀ ਕਿਰਪਾ ਨਾਲ ਲਿਖੇ ਹੋਏ ਮਿਲਦੇ ਆ। ਹੁਣ ਇਸ ਤਰ੍ਹਾਂ ਨਾਲ ਅੱਗੇ ਗੁਰੂ ਸਾਹਿਬ ਕਹਿੰਦੇ ਆ ਵੀ ਸੰਪੇ ਕਾਰਨ ਚਾਕਰ ਚੋਰ। ਇਸ ਸੰਪੇ ਨੂੰ ਪ੍ਰਾਪਤ ਕਰਨ ਵਾਸਤੇ ਕਈ ਲੋਕ ਜਿਹੜੇ ਆ, ਕਈ ਰੂਹਾਂ ਜਿਹੜੀਆਂ, ਕਈ ਮਨੁੱਖ ਜਿਹੜੇ ਆ, ਉਹ ਚੋਰ ਬਣ ਜਾਂਦੇ ਆ। ਕਈ ਲੋਕ ਚਾਕਰ ਬਣ ਜਾਂਦੇ ਆ, ਲੋਕਾਂ ਦੀ ਗੁਲਾਮੀ ਕਰਦੇ ਰਹਿ ਜਾਂਦੇ ਆ ਵੀ ਸੰਪੇ ਸਾਨੂੰ ਮਿਲੂਗੀ, ਤਨਖਾਹ ਮਿਲੂਗੀ, ਫਲਾਨਾ ਹੋਊਗਾ, ਇੰਨੇ ਪੈਸੇ ਮਿਲਣਗੇ। ਕਈ ਚੋਰੀਆਂ ਹੀ ਕਰ ਲੈਂਦੇ ਆ, ਹਰਾਮ ਦੀ ਇਕੱਠੀ ਕਰਕੇ ਖੋਹ ਲਓ, ਕਿਸੇ ਤੋਂ ਲੁੱਟ ਲਓ। ਐਸੇ ਵੀ ਲੋਕ ਹੈ। ਗੁਰੂ ਸਾਹਿਬ ਕਹਿੰਦੇ ਇਹ ਸੰਪੇ ਦੇ ਕਾਰਨ ਐਸੇ ਵੀ ਕਰਮ ਜਿਹੜੇ ਆ ਸੰਸਾਰ ਦੇ ਵਿੱਚ ਲੋਕ ਜਿਹੜੇ ਆ ਉਹ ਕਰਦੇ ਆ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਸੰਪੈ ਸਾਥ ਨਾ ਚਾਲੈ ਹੋਰ। ਕਹਿੰਦੇ ਵੀ ਇਹ ਸੰਪਤੀ ਕਿਸੇ ਨੇ ਕਰੋੜਾਂ ਰੁਪਏ ਇਕੱਠੀ ਕਰ ਲਈ, ਪਰ ਜੇ ਭਾਗ ਦੇ ਵਿੱਚ ਨਹੀਂ ਲਿਖਿਆ ਨਾ, ਤੇ ਇਹਨੂੰ ਵਰਤ ਨਹੀਂ ਸਕੇਗਾ, ਇਕੱਠੀ ਕਰਕੇ ਉੱਥੇ ਹੀ ਪਈ ਰਹਿ ਜਾਏਗੀ, ਤੇ ਇਹਦੇ ਮਰਿਆਂ ਬਾਅਦ ਹੋਰ ਕੋਈ ਲੈ ਜਾਏਗਾ। ਇਹ ਵੀ ਲੇਖ ਹੈ, ਕਰਮ ਹੈ। ਕਰੋੜਾਂ ਰੁਪਏ ਇਕੱਠੇ ਕੀਤੇ ਹੈ। ਗੁਰੂ ਸਾਹਿਬ ਕਹਿੰਦੇ ਸੰਪੈ ਸਾਥ ਨਾ ਚਾਲੇ। ਸਾਥ ਨਾ ਕਦੋਂ? ਜਦੋਂ ਅਸੀਂ ਮਰ ਗਏ, ਸਾਡੇ ਨਾਲ ਨਹੀਂ ਜਾਣੇਗੀ, ਤੇ ਕੀ ਹੋਏਗਾ? ਗੁਰੂ ਸਾਹਿਬ ਕਹਿੰਦੇ ਹੈ ਸਾਥ ਨਾ ਚਾਲੇ ਹੋ, ਸੰਪੈ ਸਾਥ ਨਾ ਚਾਲੇ ਹੋਰ, ਮਤਲਬ ਉਹਦੇ ਨਾਲ ਨਹੀਂ ਜਾਏਗੀ, ਹੋਰ ਕੋਲ ਚਲੀ ਜਾਏਗੀ। ਲੋਕ ਪੁੱਤਾਂ ਧੀਆਂ, ਕਈ ਦਾਦੇ ਪੜਦਾਦਿਆਂ ਚੋਂ ਕੋਈ ਹੋਰ ਨਿਕਲਦਾ, ਜੇ ਪੁੱਤ ਨਹੀਂ ਹੁੰਦੇ ਤਾਂ ਕੋਈ ਹੋਰ ਰਿਸ਼ਤੇਦਾਰ ਆ ਵੱਜਦਾ, ਮੇਰੇ ਰਿਸ਼ਤੇਦਾਰ ਆ ਜੀ, ਇਹ ਮੇਰਾ ਜੀ ਹੱਕ ਹੈ ਜੀ, ਇਹ ਮੇਰਾ ਹੱਕ ਹੈ ਜੀ, ਮੈਂ ਭਤੀਜਾ ਜੀ, ਮੈਂ ਪੋਤਾ ਜੀ, ਮੈਂ ਫਲਾਨਾ ਜੀ। ਐਸੀ ਅਵਸਥਾ ਬਣ ਜਾਂਦੀ ਆ। ਉਹ ਜਿਹੜੀ ਹੈ ਨਾ, ਬੰਦਾ ਕਮਾ ਕੇ ਛੱਡ ਜਾਂਦਾ ਹੈ ਤੇ ਖਾਂਦੇ ਕੋਈ ਹੋਰ ਹੈ। ਇਹ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਆ। ਹੁਣ ਗੁਰੂ ਸਾਹਿਬ ਕਹਿੰਦੇ ਆ ਬਿਨ ਸਾਚੇ ਨਹੀਂ ਦਰਗਾ ਮਾਣ। ਕਹਿੰਦੇ ਵੀ ਜਦੋਂ ਇਸ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੈ, ਪਰਮਾਤਮਾ ਦੀ ਸਿਮਰਨਾ ਨਹੀਂ ਕਹੀ ਹੈ, ਪਰਮਾਤਮਾ ਨਾਲ ਜੋੜ ਨਹੀਂ ਕੀਤਾ, ਤੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਤੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਆ ਭਾਈ ਬਿਨ ਸਾਚੇ ਨਹੀਂ ਦਰਗਾ ਮਾਣ। ਦਰਗਾ ਦਾ ਮਤਲਬ ਧਰਮਰਾਜ ਦੇ ਦੁਆਰੇ ਦੇ ਉੱਤੇ, ਜਾਂ ਜੇ ਕਿਸੇ ਨੇ ਪਰਮਾਤਮਾ ਦਾ ਨਾਮ ਸਿਮਰਨ ਕਰਿਆ ਤੇ ਉਹ ਰੂਹ ਜਿਹੜੀ ਹੈ ਸੱਚਖੰਡ ਦੇ ਦੁਆਰੇ ਤੇ ਪਹੁੰਚਦੀ ਹੈ। ਤੇ ਕਹਿੰਦੇ ਵੀ ਪਰਮਾਤਮਾ ਦੀ ਕਿਰਪਾ ਹੈ ਕਿ ਜੇ ਪਰਮਾਤਮਾ ਨਹੀਂ ਹੈ ਕਿਸੇ ਦੇ ਹਿਰਦੇ 'ਚ, ਕਿਸੇ ਦੇ ਕੋਲ ਪਰਮਾਤਮਾ ਦੀ ਕਿਰਪਾ ਪ੍ਰਾਪਤ ਨਹੀਂ ਹੈ, ਤੇ ਫਿਰ ਕਹਿੰਦੇ ਆ ਵੀ ਉਹਨੂੰ ਦਰਗਾਹ ਦੇ ਵਿੱਚ ਵੀ ਮਾਣ ਨਹੀਂ ਹੈ, ਉਹਨੂੰ 84 ਲੱਖ ਜੂਨੀਆਂ ਦਾ ਭੋਗ ਲੱਗੇਗਾ,
ਦੋਸ਼ ਲੱਗਣਗੇ, ਕਸ਼ਟ ਲੱਗਣਗੇ, ਤਸੀਹੇ ਲੱਗਣਗੇ, ਥੰਮਿਆਂ ਦੇ ਨਾਲ, ਗਰਮ ਥੰਮਿਆਂ ਦੇ ਨਾਲ ਲਾਇਆ ਜਾਏਗਾ, ਕੱਟ ਕੱਟ ਕੇ ਕੀਮਾ ਕੀਤਾ ਜਾਏਗਾ, ਤੱਤੇ ਤੇਲ ਦੇ ਕੜਾਹਿਆਂ ਦੇ ਵਿੱਚ ਸਿੱਟਿਆ ਜਾਏਗਾ। ਇਹ ਰੂਹ ਨੂੰ ਐਸੇ ਕਸ਼ਟ ਵੀ ਪਰਮਾਤਮਾ ਦੀ ਹੁਕਮ ਦੇ ਵਿੱਚ ਲੱਗਦੇ, ਪਰਮਾਤਮਾ ਦੇ ਹੁਕਮ 'ਚ ਲੱਗਦੇ। ਹੁਣ ਅੱਗੇ ਬਖਸ਼ਿਸ਼ ਕਰਦੇ ਆ ਗੁਰੂ ਸਾਹਿਬ, ਹਰ ਰਸ ਪੀਵੈ ਛੁਟੈ ਨਿਦਾਨ। ਹਰ ਰਸ ਦਾ ਮਤਲਬ ਪਰਮਾਤਮਾ ਦਾ ਨਾਮ। ਜਦੋਂ ਕੋਈ ਵੀ ਰੂਹ ਸਿਮਰਨ ਕਰਦੀ ਹੈ ਨਾ, ਤਾਂ ਉਸ ਦੇ ਅੰਤਰ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਰਸ ਇੱਕ 10ਵੇਂ ਦੁਆਰੇ ਦੇ ਉੱਤੋਂ ਜਿਵੇਂ ਝਰਨਾ ਫੁੱਟਦਾ ਹੈ ਨਾ, ਇਸ ਤਰ੍ਹਾਂ ਝਰਨਾ ਫੁੱਟ ਕੇ ਸਾਡੇ ਹਿਰਦੇ 'ਤੇ ਪੈਂਦਾ ਹੈ। ਹਿਰਦਾ ਭਾਵ ਹਿਰਦਾ ਮਨ, ਚਿੱਤ ਵੀ ਮਨ, ਇਹ ਜਿਹੜਾ ਹੈ ਨਾ ਮਨ 'ਤੇ ਜਦੋਂ ਪੈਂਦਾ ਤੇ ਮਨ ਸਾਡਾ ਅੰਮ੍ਰਿਤ ਦੀ ਠੰਡਕ ਦੇ ਨਾਲ ਸੀਤਲ ਹੋ ਜਾਂਦਾ ਹੈ। ਜਦੋਂ ਇਹ ਮਨ ਸਾਡਾ ਸੀਤਲ ਹੋ ਜਾਂਦਾ ਹੈ, ਉਦੋਂ ਫਿਰ ਇਹ ਜਿਹੜਾ ਦਸ਼ਾਂ ਦਿਸ਼ਾਵਾਂ ਦੇ ਵਿੱਚ ਪਹਿਲਾਂ ਭੱਜਦਾ ਫਿਰਦਾ ਸੀ ਨਾ ਗੁਰੂ ਨਾਲ ਮਿਲਣ ਤੋਂ ਪਹਿਲਾਂ, ਤੇ ਉਹ ਟਿਕਾ ਕਰਕੇ ਬੈਠ ਜਾਂਦਾ, ਗੁਰੂ ਦੀ ਸ਼ਰਨ ਦੇ ਵਿੱਚ ਬੈਠ ਜਾਂਦਾ, ਤੇ ਗੁਰੂ ਦੇ ਨਾਲ ਫਿਰ ਮਿਲ ਕੇ ਗੁਰੂ ਦਾ ਅੰਮ੍ਰਿਤ ਸਿਮਰਨ ਕਰਕੇ ਫਿਰ ਰਸ ਦੀ ਪ੍ਰਾਪਤੀ ਕਰਦਾ। ਤੇ ਫਿਰ ਰਸ ਦੀ, ਅੰਮ੍ਰਿਤ ਰਸ ਦੀ ਜਦੋਂ ਇਸ ਨੂੰ ਪ੍ਰਾਪਤੀ ਹੁੰਦੀ ਹੈ ਨਾ, ਅਣਹੱਦ ਧੁਨ ਵੱਜਣੀ ਸ਼ੁਰੂ ਹੋ ਜਾਂਦੀ ਹੈ। ਉਦੋਂ ਇਸ 'ਤੇ ਕਿਰਪਾ ਐਸੀ ਹੁੰਦੀ ਹੈ ਕਿ ਪਰਮਾਤਮਾ ਇਸ ਨੂੰ ਮਤਲਬ ਸਾਰੇ ਹੀ ਬੰਧਨਾਂ ਤੋਂ ਛੁਟਕਾਰਾ ਪਾ, ਸਭ ਦੋਸ਼ ਜਿੰਨੇ ਵੀ ਔਗਣ ਹੁੰਦੇ ਆ ਸਭ ਇਹਦੇ ਖਤਮ ਹੋ ਜਾਂਦੇ ਆ। ਨਾਮ ਅੰਮ੍ਰਿਤ ਜਿਹੜਾ ਹੈ ਉਹ ਹਿਰਦੇ ਨੂੰ ਨਿਰਮਲ ਕਰਕੇ, ਰੂਹ ਨੂੰ ਨਿਰਮਲ ਕਰਕੇ ਬਿਲਕੁਲ ਸ਼ੁੱਧ ਸਚਿਆਰੀ ਰੂਹ ਬਣਾ ਦਿੰਦਾ ਹੈ। ਤੇ ਫਿਰ ਜਦੋਂ ਸਚਿਆਰੀ ਰੂਹ ਹੁੰਦੀ ਹੈ ਨਾ, ਰੂਹ ਸੁੱਚੀ ਹੁੰਦੀ ਹੈ, ਤੇ ਉਦੋਂ ਰੂਹ ਸੁੱਚੀ ਜਿਹੜੀ ਹੈ ਪਰਮਾਤਮਾ ਦੀ ਨਿਰਮਲ ਜੋਤ ਦੇ ਨਾਲ ਅਭੇਦ ਹੋ ਜਾਂਦੀ ਹੈ, ਮਿਲ ਜਾਂਦੀ ਹੈ। ਇਹ ਪਰਮਾਤਮਾ ਦੀ ਕਿਰਪਾ ਹੈ, ਗੁਰੂ ਸਾਹਿਬ ਬਖਸ਼ਿਸ਼ ਕਰਦੇ। ਹੁਣ ਅਗਲਾ ਬੰਦ ਜਿਹੜਾ ਗੁਰੂ ਸਾਹਿਬ ਕਹਿੰਦੇ ਆ, ਹੇਰਤ ਹੇਰਤ ਹੈ ਸਖੀ ਹੋਏ ਰਹੀ ਹੈਰਾਨ, ਹੋ ਕਰਤੀ ਮੈਂ ਮੂਈ ਸ਼ਬਦ ਰਵੇ ਮਨ ਗਿਆਨ। ਹਾਰ ਡੋਰ ਕੰਕਣ ਕਣੇ ਕਰ ਥਾਕੀ ਸੀਗਾਰ, ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲ ਹਾਰ। ਨਾਨਕ ਗੁਰਮੁਖ ਪਾਈਐ ਹਰ ਸਿਉ ਪ੍ਰੀਤ ਪਿਆਰ, ਹਰ ਬਿਨ ਕਿਣ ਸੁਖ ਪਾਇਆ ਦੇਖੋ ਮਨ ਵਿਚਾਰ। ਹਰ ਪੜਨਾ ਹਰ ਬੁੱਝਣਾ ਹਰ ਸੋ ਰਖੋ ਪਿਆਰ, ਹਰ ਜਪੀਐ ਹਰ ਧਿਆਈਐ ਹਰ ਕਾ ਨਾਮ ਆਧਾਰ। ਹਰ ਜਪੀਐ ਹਰ ਧਿਆਈਐ ਹਰ ਕਾ ਨਾਮ ਆਧਾਰ। ਹੁਣ ਫਿਰ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ, ਭੇਦ ਦੀ ਗੱਲ ਦੱਸਦੇ ਆ ਕਿ ਸਾਡੀ ਆਤਮਾ ਨੇ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰਨਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ, ਹੇਰਤ ਹੇਰਤ ਹੈ ਸਖੀ ਹੋਏ ਰਹੀ ਹੈਰਾਨ, ਹੋ ਕਰਤੀ ਮੈਂ ਮੂਈ ਸ਼ਬਦ ਰਵੈ ਮਨ ਗਿਆਨ। ਕਹਿੰਦੀ ਹੇ ਸਖੀ, ਮੈਂ ਇਸ ਸੰਸਾਰ ਦੇ ਵਿੱਚ ਦੇਖ ਦੇਖ ਕੇ, ਦੇਖ ਕੇ ਮੈਂ ਹੈਰਾਨ ਹਾਂ। ਕੀ ਹੈਰਾਨ ਆ? ਕਿ ਸੰਸਾਰ ਸਾਰਾ ਹੀ ਜਿਹੜਾ ਹੈ ਨਾ, ਇਹ ਆਪਣੀ ਮਰਜ਼ੀ ਦੇ ਮੁਤਾਬਕ ਚੱਲ ਰਿਹਾ ਹੈ। ਪਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਕਿ ਮੈਂ ਹੇ ਸਖੀ, ਮੈਂ ਦੇਖ ਰਹੀ ਹਾਂ ਕਿ ਮੈਂ ਹੈਰਾਨ ਹੋ ਰਹੀ ਹਾਂ ਦੇਖ ਦੇਖ ਕੇ ਸਾਰੇ ਸੰਸਾਰ ਨੂੰ। ਪਰ ਗੁਰੂ ਸਾਹਿਬ ਕਹਿੰਦੇ ਆ, ਮੈਂ ਕੀ ਕਰਿਆ? ਮੈਂ ਪਰਮਾਤਮਾ ਦਾ ਨਾਮ ਲੈ ਲਿਆ, ਪਰਮਾਤਮਾ ਦਾ ਨਾਮ ਲੈ ਕੇ ਮੈਂ ਪਰਮਾਤਮਾ ਦਾ ਨਾਮ ਸਿਮਰਨ ਕਰਿਆ। ਤੇ ਕੀ ਕਹਿੰਦੇ, ਕੀ ਉਹ ਹਉ ਕਰਤੀ ਮੈਂ ਮੂਈ। ਮੇਰੇ ਅੰਦਰੋਂ ਜਿਹੜੀ ਹਉ ਸੀ ਨਾ, ਹਉਮੈ ਦੀ, ਹੰਕਾਰ ਦੀ ਗੱਲ ਸੀ, ਹੰਕਾਰ ਸੀਗਾ, ਮੈਂ ਸੀ ਜਿਹੜੀ, ਉਹ ਮਰ ਗਈ ਮੇਰੇ ਅੰਦਰੋਂ। ਮੇਰੇ ਅੰਦਰੋਂ ਮੈਂ ਮਰ ਗਈ, ਮੈਂ ਬਹੁਤ ਨੀਵਾਂ ਹੋ ਗਿਆ। ਇਹ ਰੂਹ ਕਹਿੰਦੀ ਹੈ ਮੈਂ ਨੀਵੀਂ ਹੋ ਗਈ, ਮੈਂ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੋ ਗਈ। ਤੇ ਕੀ ਹੋਇਆ ਕਿ ਮੇਰੇ ਮਨ ਦੇ ਵਿੱਚ ਹਮੇਸ਼ਾ ਹੀ ਪਰਮਾਤਮਾ ਦਾ ਗਿਆਨ ਜਿਹੜਾ ਹੈ ਉਹ ਚੱਲਣਾ ਸ਼ੁਰੂ ਹੋ ਗਿਆ। ਰਵੇ ਦਾ ਮਤਲਬ ਸਿਮਰਨ ਕਰਨਾ, ਰਵਣਾ ਮਤਲਬ ਚੱਲਣਾ। ਤੇ ਗੁਰੂ ਸਾਹਿਬ ਕਹਿੰਦੇ ਆ, ਮੇਰੇ ਮਨ, ਉਹ ਇੱਕ ਰੂਹ ਜਿਹੜੀ ਪਰਮਾਤਮਾ ਨੂੰ ਪ੍ਰਾਪਤ ਆ, ਉਹ ਕਹਿੰਦੀ ਹੈ ਕਿ ਮੇਰੇ ਮਨ ਦਾ ਗਿਆਨ ਜਿਹੜਾ ਹੈ ਨਾ, ਪਰਮਾਤਮਾ ਦਾ ਗਿਆਨ ਜਿਹੜਾ ਹੈ, ਸ਼ਬਦ ਦਾ ਗਿਆਨ ਜਿਹੜਾ ਹੈ, ਨਾਮ ਦਾ ਗਿਆਨ ਜਿਹੜਾ ਹੈ, ਭਾਵ ਨਾਮ ਚੱਲਣਾ ਸ਼ੁਰੂ ਹੋ ਗਿਆ। ਫਿਰ ਕੀ ਹੋਇਆ? ਹਾਰ ਡੋਰ ਕੰਕਣ ਕਰੇ ਕਰ ਥਾਕੀ ਸੀਗਾਰ। ਮੈਂ ਪਹਿਲਾਂ ਜਿਹੜੀ ਹੈ ਨਾ, ਜਦੋਂ ਮੈਂ ਨਾਮ ਨਹੀਂ ਲਿਆ ਸੀ ਹਾਲੇ, ਉਦੋਂ ਹਾਰ ਡੋਰੀਆਂ, ਆ ਡੋਰੇ ਹਾਰ, ਕੰਕਣ ਮਤਲਬ ਕੜੇ, ਚੂੜੀਆਂ ਜਾਂ ਕੁਛ ਵੀ ਕਹਿ ਲਓ, ਮਤਲਬ ਸ਼ਿੰਗਾਰ, ਹੱਥ ਦੇ ਸ਼ਿੰਗਾਰ ਜਿਹੜੇ ਹੈ, ਕਹਿੰਦੇ ਵੀ ਮੈਂ ਘਣੇ ਹੀ ਕਰ ਕਰਕੇ ਥੱਕ ਗਈ।
मैं बहुत श्रृंगार किए उदों पहला, हार भी पाए, डोरे भी पाए। डोरे मतलब हार ज़्यादा लंबे चौड़े होंगे आ, डोरे जिन्हों असीं जंजीर कहने आ, और कंकण जिहड़े आ इत्थे बाहां दे विच असीं जिहड़े शिंगार पाउणे आ। कहंदे मैं बहुत शिंगार कीता, पर की होया? मिल प्रीतम सुख पाया, सगल गुणा गल हार। ये मैं सारे छड्डते जो परमात्मा नाल मेरा मिलन हो गया, जो मैं परमात्मा की शरण हो गए, परमात्मा का नाम सिमरन कर दिता, उदों सारा कुछ छड्ड गया। सारे शिंगार जिहड़े सी मैं सारे छड्ड दिते, ते मैं की करिया? मिल प्रीतम सुख पाया, सगल गुणा गल हार। परमात्मा दे नाल मिल के मैं सारे गुणा का जिहड़ा हार सी ना, भाव परमात्मा का नाम शब्द जिहड़ा सी वो मैं अपने गल दे विच पा लिया, भाव अपनी जुबान दे विच रख लिया, अपने हिरदे दे विच रख लिया, और मैं उसका सिमरन जिवें हार हुंदा है गोल, उस तरह मैं उसका हार बना के उसनूं अपने गल दे विच पा लिया। हुण गुरु साहब कहंदे नानक गुरमुख पाईऐ, हरस्यो प्रीत प्यार। साहिब श्री गुरु नानक देव जी ये दसदे है, गुरमुख प्यारिओ, कि जेड़ा बंदा परमात्मा का नाम लैके परमात्मा का नाम सिमरन करता है, अमृत छक लिया सी, पर बहुत लोग मैं देखदा कि चौथे दिनों ही लिखा के गड्डियां दे पिछले लिखा देंगे खालसा, फलाना सिंह खालसा, अमृत परसों ही छकिया हाले, नाल अपने नाम दे नाल लिखा देंगे फलाना सिंह खालसा, ते नाम सिमरन पता नहीं नितनेम कदे करते हैं कि नहीं करते, कई बारी करते भी नहीं। यानी गुरु साहब कहते हैं भी इस तरह नहीं, जदों तुसी नाम प्राप्त कर लिया उदों नाम की सिमरना जस्ट ही शुरू कर देनी है। जे तुसी के महीना 20 दिन 2 महीने नाम सिमरना करना नूं शुरू किया, तो समझो कि वो निर्मल नाम जिहड़ा है ना, शुद्ध नाम जिहड़ा है, वो वत्थ जिहड़ी है वो बेकार चली जाएगी। सिमरन बाद 6 महीनों बाद तुसी सिमरन करना शुरू किया तो वो नहीं फलेगा। जस्ट ही जो अमृत परमात्मा तो छक पंज प्यारियां तो असीं छकते हैं, उदों नाम सिमरन करना शुरू कर दो और लगातार करते रहो, नितनेम रोज़ करते रहो, परमात्मा की शरण दे विच रहो, गुरु की शरण दे विच रहो, गुरु के प्यार दे विच रहो, भावना दे विच रहो। तो फिर गुरु साहब कहते हैं वो बंदा जिहड़ा ना गुरमुख हो जाता है, उन्होंने गुरमुख कहते हैं। गुरमुख ये नहीं कि मैं अमृत छक लिया तो मैं जी खालसा नाम लिखा लिया तो मैं गुरमुख हो गया, नहीं। गुरमुख हो है जो परमात्मा की शरण हो के परमात्मा की रजा दे विच रहन लग गया, परमात्मा की मत नूं मनना शुरू कर दिता, परमात्मा के मुख के सामने वो अपने आप को समर्पित कर रहा है, परमात्मा के मुख के सामने जो मुख चो बोलिया जा रहा उसनूं मन रहा है, मन्ने की गत कही ना जाए, फिर गुरमुख बनता बंदा। तो गुरु साहब कहते नानक गुरमुख पाईऐ, हरस्यो प्रीत प्यार। परमात्मा नाल प्रीत प्यार होनी चाहिए है तां गुरमुख बनेगा। गुरु साहब कहते गावीए सुनीए मन रखिए भाओ, नाम भी सिमरन करना है, सुनना भी है, और परमात्मा का प्यार भी रखना है, और अपने अवगुणों का नाश भी करना है। ये कोशिश करनी है कि जिन्ने भी अवगुण साढ़े च है वो परमात्मा का जो असीं नाम सिमरन करांगे ना, उदों अपने आप ही साढ़े शरीर चों बाहर निकल जाने हैं, और साढ़े नाम सिमरन करदे करदे साढ़े अंदर परमात्मा के चंगे गुण जिहड़े आ, धर्म दया संतोख सच और धीरज, ये 5 गुण जिहड़े आ परमात्मा के मिलन दे विच मित्र है, साढ़े सहाई हुंदे आ परमात्मा नूं मिलाउण दे विच, ये धारण हो जाते हैं साढ़े शरीर दे विच, गुणां दी भरपूरी हो जाती है। तो गुरु साहब इस करके कहते हैं बई परमात्मा की प्रीत रखोगे तो सारा कुछ तुहानूं परमात्मा की किरपा प्राप्त होएगी। हुण अगे गुरु साहब बख्शी हर बिन किन सुख पाया, देखो मन विचार। कहंदे भी परमात्मा बिना जिस किसी ने परमात्मा का नाम सिमरन नहीं किया, परमात्मा का अमृत नहीं छकिया, तो कहंदे भी परमात्मा बिना कोई रूह सुख पा सकती है? कहंदे कोई नहीं पा सकती। असलीयत यह है कि परमात्मा बिना, परमात्मा ही सुखदाता है, एक सर्व इच्छा का पूरक है, सर्व सुखां का दाता है। तो इस तरह के नाल गुरु साहब बख्शिश करते हैं भी देखो मन विचार, मन दे विच विचार करके तुसी देख लो, तुहानूं ये लगेगा कि परमात्मा बिना सुख किसी भी बंदे नूं नहीं मिलता, सिर्फ परमात्मा कोलों ही, क्योंकि सुखदाता सब सुखदाता राम है, परमात्मा ही है, और कोई नहीं है। अगे हुण गुरु साहब बख्शिश करते हैं हर पढ़ना हर बोझना, हर सो रखो प्यार, हर जपिए हर ध्याईए, हर का नाम आधार। कहते भी हर पढ़ना, भाव पढ़ना, हर पढ़ना की
ਕਿ ਜਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਸਾਨੂੰ ਇਹ ਪ੍ਰਮਾਤਮਾ ਦਾ ਰਸਤਾ ਦੱਸਦੀ ਹੈ। ਕਹਿੰਦੇ ਵੀ ਇਹਨੂੰ ਪੜ੍ਹੋ, ਸਿਰਫ ਪੜ੍ਹਨਾ ਨਹੀਂ ਹੈ, ਬੁੱਝਣਾ ਵੀ ਹੈ, ਸਮਝਣਾ ਵੀ ਹੈ। ਹਰ ਸਿਉ ਪ੍ਰੀਤ ਪਿਆਰ, ਹਰ ਪੜ੍ਹਨਾ ਹਰ ਬੁੱਝਣਾ, ਹਰ ਸਿਉ ਰੱਖੋ ਪਿਆਰ। ਤੇ ਪ੍ਰਮਾਤਮਾ ਦੇ ਨਾਲ ਪਿਆਰ ਰੱਖੋ, ਇਸ ਤਰ੍ਹਾਂ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋਏਗੀ। ਹਰ ਜਪੀਐ ਹਰ ਧਿਆਈਐ, ਹਰ ਕਾ ਨਾਮ ਆਧਾਰ। ਤੇ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਰਹੋ, ਵਾਹਿਗੁਰੂ ਵਾਹਿਗੁਰੂ ਕਰਦੇ ਰਹੋ। ਸੁਰਤੀ ਪ੍ਰਮਾਤਮਾ ਦੇ ਚਰਨਾਂ 'ਚ ਜੋੜ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਰਹੋ। ਹਰ ਜਪੀਐ ਹਰ ਧਿਆਈਐ, ਪ੍ਰਮਾਤਮਾ ਦਾ ਸਿਮਰਨ ਕਰੋ। ਤੇ ਗੁਰੂ ਸਾਹਿਬ ਕਹਿੰਦੇ ਆ ਹਰ ਕਾ ਨਾਮ ਆਧਾਰ। ਪ੍ਰਮਾਤਮਾ ਦਾ ਨਾਮ ਜਿਹੜਾ ਹੈ ਮਨ ਦੇ ਵਿੱਚ ਉਹ ਆਧਾਰ ਬਣਾ ਲਓ, ਪ੍ਰਮਾਤਮਾ ਦਾ ਨਾਮ ਹੀ ਆਧਾਰ ਹੈ। ਤੋ ਸਾਧ ਸੰਗਤ ਜੀ, 4 ਲਾਈਨਾਂ ਹੋਰ ਬਸ 5 ਮਿੰਟ ਵਾਸਤੇ ਮੈਂ क्षमा ਮੰਗੂੰਗਾ, मेरी कथा पूरी हो जाएगी फिर। तो लेख न मिट्टी है सखी, जो लिखिया करतार, आपे कारण जिन किया, कर कृपा पगतार। करते हथ वड्याइयां, बुझो गुर विचार, लिखिया फेर न सकिए, जो पावी तो सार। नदर तेरी सुख पाया, नानक शब्द विचार। मन मुख भूले पचमूए, उभरे गुर विचार। जे पुरख नदर न आवी, तिसका क्या कर कया जाए। बलिहारी गुरे अपने, जिन हिरदे दिता दिखाए। तो लास्ट बंद है जी इसका विचार कोई 5-7 मिनटां वास्ते। गुरु साहब कहते लेख ना मिट्टी है सकी, जो लिखिया करतार। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਜੋ ਪਰਮਾਤਮਾ ਨੇ ਕਿਸੇ ਵੀ ਰੂਹ ਦੇ ਮਸਤਕ ਦੇ ਉੱਤੇ ਲਿਖ ਦਿੱਤਾ ਨਾ, ਉਹ ਲੇਖ ਹਮੇਸ਼ਾ ਉਸ ਨੂੰ ਭੋਗਣਾ ਪੈਂਦਾ, ਉਹ ਕਦੇ ਮਿਟਦਾ ਨਹੀਂ ਹੈ। ਗੁਰੂ ਦੀ ਕਿਰਪਾ ਹੋਵੇ ਤੇ ਉਹ ਲੇਖ ਕੱਟਿਆ ਜਾ ਸਕਦਾ ਹੈ, ਮਿਟੇਗਾ ਨਹੀਂ। ਛੋਟਾ ਹੋ ਸਕਦਾ ਹੈ, ਭੋਗਣਾ ਜ਼ਰੂਰ ਪਵੇਗਾ। ਤੇ ਗੁਰੂ ਸਾਹਿਬ ਕਹਿੰਦੇ ਆ ਇਸ ਤਰ੍ਹਾਂ ਨਾਲ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਆਪੇ ਕਾਰਨ ਜਿਨ ਕੀਆ, ਕਰ ਕਿਰਪਾ ਪਗ ਧਾਰ। ਇਹ ਸਾਰਾ ਕਾਰਨ ਪਰਮ ਪਿਤਾ परमात्मा आप ही करता है। और बस 5 मिनट 2 मिनट है जो बस परमात्मा दे लिखे हुए द्वारा गुरु साहब कहते हैं कारण की है, परमात्मा ने जो साढ़े मस्तक के उत्ते लेख दे दिता वो सानू भोगना पएगा। तो वो परम पिता परमात्मा आप ही साढ़े अंदर बैठ के अपने पैर साढ़े अंदर रख के हिरदे के उत्ते सही के उत्ते रख के कहते भी ये परमात्मा जिहड़ा ये कारण करता और आप ही साढ़े अंदर बैठता है। हुण अगे गुरु साहब कहते हैं करते हथ वड्याइयां, बूझो गुर विचार। कहते भी ये सारा कुछ लेना देना है ना, जिहड़ा भोग भुगताउणा, किसी नूं वड्याइयां देनियां, ये सारियां उस परम पिता परमात्मा जो सृष्टि का करता है, अकाल पुरख अंतरजामी है, उहदे हथ है, होर किसी दे हथ नहीं है। तो गुरु साहब फिर कहते हैं लिखिया फेर न सकीए, जो भावी त्यों सार। जो मस्तक के उत्ते परमात्मा ने साडे लिख दिता, उहनूं कोई मिटण वाला नहीं है, उहनूं कोई फेरन वाला नहीं है, उहनूं कोई उलटाउण वाला नहीं है। तो गुरु साहब कहते हैं ज्यों भावी, ज्यों परमात्मा नूं चंगा लग्या ਉਹੀ सार सानू प्राप्त हुंदा, भाव वो अवस्था साडी बन जाती है। हुण गुरु साहब अगे कहते हैं नदर तेरी सुख पाया, नानक सदर विचार शब्द विचार। कहते भी हे परम पिता परमात्मा, जे किते तेरी कृपा हो जावे, तेरा नाम सिमरन करते हुए शब्द का विचार करते हुए असी तेरी शरण दे विच रहीए, तो फिर असी तेरे तो कृपा प्राप्त कर सकते हैं कि सानू वो लिखिया भी जिहड़ा है छोटा बन जाए, सानू दुख की बजाय सुख की प्राप्ति हो जाए। इस तरह के नाल गुरु साहब बख्शिश करते हैं। भाई 2 लाइनां होर हैगियां विचार करने वालियां। गुरु साहब कहते हैं मनमुख जेड़े तो गुरु की शरण हो जाते हैं, वो तो सुखों की प्राप्ति कर लेंगे है, पर जेड़े गुरु नूं मनते नहीं है, अपनी मर्जियां करते हैं, अपने कर्म करते, अपने खेल खेलते हैं। तो गुरु साहब कहते हैं मनमुख भूले पचमूए, मलमुख भुलेखे दे विच ही उन्हां नूं भुलेखा ये लग्या रहिंदा कि असीं बड़ी भगती करते हैं, असीं बड़ी सेवा करते हैं, असीं बड़ा धर्म करते हैं, असीं तो किसी नूं कुछ कहिंदे ही नहीं, कदे नहीं बोले कुछ। तो गुरु साहब कहते हैं वो है मनमुख ही, भुले होए आ, भुले होए कर्म करते फिरदे आ, भरम दे विच ही, भुलेखे दे विच ही। ते कहंदे पचमूए वो मर जाते हैं। पर जेड़े किते गुरु की शरण होके परमात्मा का नाम प्राप्त कर लेंदे आ, परमात्मा की शरण हो जाते हैं, परमात्मा नाल जोग करते हैं, उभरे गुर विचार, वो गुरु का विचार करके कहंदे चढ़दी कला दे विच हो जाते हैं, उन्मन अवस्था दे विच हो जाते हैं। ते अगे गुरु साहब कहंदे हैं जे पुरख नदर ना आवी,
ਤਿਸਕਾ ਕਿਆ ਕਰ ਕਹਿਆ ਜਾਏ। ਜਿਨ੍ਹਾਂ ਨੂੰ ਉਹ ਪਰਮ ਪੁਰਖ ਪਿਤਾ ਪਰਮਾਤਮਾ ਦੀ ਕਿਰਪਾ ਹੀ ਪ੍ਰਾਪਤ ਨਹੀਂ ਹੈ, ਕਹਿੰਦੇ ਵੀ ਉਹਨਾਂ ਦਾ ਕੀ ਹਾਲ ਆ, ਅਸੀਂ ਕੀ ਕਹਿ ਸਕਦੇ ਹਾਂ, ਕੀ ਦੱਸੀਏ ਉਹਨਾਂ ਦਾ ਕੀ ਹਾਲ ਹੈ। ਗੁਰਬਾਣੀ ਇਹ ਕਹਿੰਦੀ ਹੈ ਕਿ ਉਹ ਭਾਈ ਮਨਮੁਖ ਜਿਹੜੇ ਆ ਪਚ ਮੁਰਦੇ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਗੁਲ ਬਲਿਹਾਰੀ ਗੋਰੇ ਆਪਣੇ ਜਿਨ ਹਿਰਦੇ ਦਿੱਤਾ ਦਿਖਾਏ। ਤੇ ਮੈਂ ਬਲਿਹਾਰੀ ਜਾਣਾ ਹੈ, ਇਹ ਰੂਹ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹੈ ਕਿ ਇਹ ਰੂਹ ਜਿਹੜੀ ਨੂੰ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਪ੍ਰਾਪਤ ਹੋ ਜਾਂਦੀ ਹੈ ਨਾ, ਉਹ ਬਲਿਹਾਰੀ ਜਾਂਦੀ ਹੈ ਆਪਣੇ ਪਰਮਾਤਮਾ ਤੋਂ, ਆਪਣੇ ਗੁਰੂ ਤੋਂ। ਗੁਰੂ ਹੀ ਪਰਮਾਤਮਾ ਹੈ। ਗੁਰੂ ਸ੍ਰਿਸ਼ਟੀ ਦੇ ਵਿੱਚ ਆ ਕੇ ਸਤਿਗੁਰੂ ਰੂਪ ਧਾਰਨ ਕਰਕੇ, ਪਰਮਾਤਮਾ ਸ੍ਰਿਸ਼ਟੀ ਦੇ ਵਿੱਚ ਸਤਿਗੁਰੂ ਰੂਪ ਧਾਰਨ ਕਰਕੇ ਸਤਿਗੁਰੂ ਦਾ ਰੂਪ ਧਾਰਨ, ਗੁਰੂ ਦਾ ਰੂਪ ਧਾਰਨ ਕਰਦਾ। ਜਿਵੇਂ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਹੈ। ਅੱਜ ਦੀ ਘੜੀ ਦੇ ਵਿੱਚ ਸਾਡੇ ਸਤਿਗੁਰੂ ਜਿਹੜੇ ਹੈ, ਗੁਰੂ ਜਿਹੜੇ ਹੈ, ਉਹ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਅਤੇ ਗੁਰੂ ਸਾਹਿਬ ਕਹਿੰਦੇ ਆ ਮੈਂ ਬਲਿਹਾਰੀ ਜਾਣਾ ਹੈ, ਗੁਰ ਆਪਣੇ, ਮੈਂ ਆਪਣੇ ਗੁਰ ਤੋਂ ਬਲਿਹਾਰੀ ਜਾਣਾ, ਜਿਸ ਨੇ ਹਿਰਦੇ ਮੈਨੂੰ ਪਰਮ ਪਿਤਾ, ਮੇਰੇ ਹੀ ਹਿਰਦੇ ਵਿੱਚ ਮੈਨੂੰ ਪਰਮ ਪਿਤਾ ਪਰਮਾਤਮਾ ਦਿਖਾ ਦਿੱਤਾ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਪਰਮਾਤਮਾ ਦੀ ਕਿਰਪਾ ਜਿਹੜੀ ਹੈ ਗੁਰਮੁਖ ਰੂਹ ਨੂੰ ਪ੍ਰਾਪਤ ਹੁੰਦੀ ਹੈ। ਗੁਰਮੁਖ ਰੂਹ ਜਿਹੜੀ ਹੈ ਪਰਮਾਤਮਾ ਦੀ ਸ਼ਰਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ, ਸ਼ਬਦ ਦਾ ਆਧਾਰ ਸਮਝ ਕੇ, ਸ਼ਬਦ ਦਾ ਆਧਾਰ ਮੰਨ ਕੇ ਪਰਮਾਤਮਾ ਦਾ ਜਦੋਂ ਚੇਤਾ ਕਰਦੀ ਹੈ, ਪਰਮਾਤਮਾ ਦੀ ਜਦੋਂ ਸਿਮਰਨਾ ਕਰਦੀ ਹੈ, ਪਰਮਾਤਮਾ ਦਾ ਜਦੋਂ ਜਪ ਤਪ ਕਰਦੀ ਹੈ, ਪਰਮਾਤਮਾ ਨੂੰ ਆਪਣਾ ਆਪ ਸੌਂਪ ਦਿੰਦੀ ਹੈ, ਉਦੋਂ ਪਰਮਾਤਮਾ ਦੀ ਕਿਰਪਾ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਔਰ ਪਰਮ ਪਿਤਾ ਪਰਮਾਤਮਾ ਉਹਦੇ ਹਿਰਦੇ ਦੇ ਵਿੱਚ, ਇਸ ਸੰਸਾਰ ਦੇ ਵਿੱਚ ਬੈਠਿਆਂ ਹੋਇਆਂ ਹੀ ਹਾਜ਼ਰ ਹੁੰਦਾ ਹੈ। ਔਰ ਉਹਦੇ ਹਿਰਦੇ ਦੇ ਵਿੱਚ ਬੈਠ ਕੇ ਪਰਮਾਤਮਾ ਸਾਡੇ ਸੰਸਾਰ ਦੇ ਸਾਰੇ ਕਰਮ ਕਰਦਾ ਹੈ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹੈ। ਇਹਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।